हेलो स्टूडेंट्स वेलकम यू ऑल इन बायोलॉजी क्लास। ਅੱਜ ਆਪਾਂ +1 ਦਾ ਫਸਟ ਚੈਪਟਰ ਦਾ ਲਿਵਿੰਗ ਵਰਲਡ ਡਿਸਕਸ ਕਰਨ ਜਾ ਰਹੇ ਹਾਂ। ਤਾਂ ਆਪਾਂ ਬਰੀਫ ਚ ਡਿਸਕਸ਼ਨ ਕਰਾਂਗੇ ਇਸ ਚੈਪਟਰ ਦੀ। ਲਿਵਿੰਗ ਮੀਨਸ ਵਟ ਆਰ ਦ ਕਰੈਕਟਰਿਸਟਿਕਸ ਆਫ ਲਿਵਿੰਗ ਆਰਗੇਨਿਜ਼ਮਸ। ਨੰਬਰ 1 ਇਜ਼ growth, reproduction, ability to sense environment, metabolism, cellular organization, consciousness। ਅੱਗੇ ਆਪਾਂ 1 by 1 ਡਿਸਕਸ਼ਨ ਕਰਨੀ ਹੈ ਇਹਨਾਂ ਦੀ। ਗਰੋਥ ਜਨਰਲ ਟਰਮ ਸਾਨੂੰ ਪਤਾ, ਲਿਵਿੰਗ ਆਰਗੇਨਿਜ਼ਮਸ ਗਰੋ ਕਰਦੇ ਨੇ, ਉਹਨਾਂ ਦੀ ਹਾਈਟ 'ਚ ਇਨਕਰੀਜ਼ ਹੁੰਦਾ, ਵੇਟ 'ਚ ਇਨਕਰੀਜ਼ ਹੁੰਦਾ। ਠੀਕ ਹੈ, ਲਿਵਿੰਗ ਆਰਗੇਨਿਜ਼ਮ grow means increase in number and mass of cells by cell division। ਸੈੱਲ ਆਪਣੇ ਡਿਵਾਈਡ ਕਰਦੇ ਨੇ, ਠੀਕ ਹੈ, ਡਿਵੀਜ਼ਨ ਹੁੰਦੀ ਆ ਆਪਣੀ ਬੋਡੀ ਦੇ ਅੰਦਰ, that lead to increase in their number and mass and in turn increase in body mass। plants ਦੇ ਵਿੱਚ growth also occurs throughout their lifespan। plants ਤੁਸੀਂ ਦੇਖਦੇ ਹੋ ਆਪਣੇ ਆਲੇ ਦੁਆਲੇ, ਟਰੀਜ਼ ਛੋਟੇ ਜਿਹੇ ਪਲਾਂਟਲੈਟ ਤੋਂ, ਠੀਕ ਹੈ, ਕਿਵੇਂ ਵੱਡੇ ਟਰੀਜ਼ ਬਣ ਜਾਂਦੇ ਆ, ਦੈਟ ਆਲ ਕਮਸ ਅੰਡਰ ਗਰੋਥ। ਪਰ ਆਪਾਂ ਜਿਹੜੇ ਕਰੈਕਟਰਸ ਕਰ ਰਹੇ ਹਾਂ ਇਹਦੇ ਵਿੱਚ ਆਪਾਂ ਇੱਕ ਜੋ ਮੇਨ ਚੀਜ਼ ਆ ਉਹ ਹੈ ਕਿ ਡਿਫਾਈਨਿੰਗ ਪ੍ਰੋਪਰਟੀ ਕੀ ਹੋਊਗੀ ਕਿਸੇ ਲਿਵਿੰਗ ਆਰਗੇਨਿਜ਼ਮ ਦੀ। ਡਿਫਾਈਨ ਕੀ, ਜੋ ਐਕਚੁਅਲ ਦੇ ਵਿੱਚ ਲਿਵਿੰਗ ਆਰਗੇਨਿਜ਼ਮ ਦੀ ਡੈਫੀਨੇਸ਼ਨ ਨੂੰ ਡਿਫਾਈਨ ਕਰਦੀ, ਠੀਕ ਹੈ, ਕਿ ਲਿਵਿੰਗ ਆਰਗੇਨਿਜ਼ਮਸ ਹੈ ਕੀ ਨੇ। ਹੁਣ ਆਪਾਂ ਗਰੋਥ ਕਿਹਾ, ਗਰੋਥ ਸਿਰਫ ਲਿਵਿੰਗ ਆਰਗੇਨਿਜ਼ਮਸ ਪਤਾ ਜੇ ਆਪਾਂ ਜਨਰਲ ਦੇਖੀਏ, ਠੀਕ ਹੈ। ਐਨੀਮਲਸ ਦੇ ਵਿੱਚ ਗਰੋਥ ਹੁੰਦੀ ਅਪ ਟੂ ਸਰਟਨ ਏਜ, ਬਟ ਸੈਲ ਡਿਵੀਜ਼ਨ ਅਕਰਸ ਟੂ ਰਿਪਲੇਸ ਲੋਸਟ ਸੈਲਸ। ਯੂਨੀਸੈਲੂਲਰ ਆਰਗੇਨਿਜ਼ਮ, ਜਿਵੇਂ ਤੁਸੀਂ ਸਿੰਗਲ ਸੈਲਡ ਆਰਗੇਨਿਜ਼ਮ ਆਪਣੀਆਂ ਲੋਅਰ ਕਲਾਸਿਸ ਦੇ ਵਿੱਚ ਪੜ੍ਹਿਆ, ਕਾਮਨ ਟਰਮ ਅਮੀਬਾ, ਬੈਕਟੀਰੀਆ, ਸਾਰੇ ਡਿਵਾਈਡ ਕਰਦੇ ਨੇ, ਗਰੋ ਕਰਦੇ ਨੇ। ਹੁਣ ਨੋਨ ਲਿਵਿੰਗ ਥਿੰਗਸ ਦੇ ਵਿੱਚ ਵੀ ਇੱਕ ਤਰ੍ਹਾਂ ਨਾਲ ਗਰੋਥ ਹੋ ਰਹੀ ਹੈ, ਕਿਉਂਕਿ ਆਪਾਂ ਹੁਣੇ ਕਿਹਾ ਗਰੋਥ ਦੇ ਵਿੱਚ ਕੀ ਆਉਂਦਾ, ਇਨਕਰੀਜ਼ ਇਨ ਮਾਸ, ਠੀਕ ਹੈ। ਸੋ ਨੋਨ ਲਿਵਿੰਗ ਆਬਜੈਕਟਸ ਦੇ ਆਲਸੋ ਗਰੋ ਬਾਏ ਅਕਿਊਮੂਲੇਸ਼ਨ ਆਫ ਮਟੀਰੀਅਲ। ਉਹਨਾਂ ਦੇ ਵਿੱਚ ਵੀ ਮਟੀਰੀਅਲ ਐਡ ਹੁੰਦਾ ਰਹਿੰਦਾ ਅਤੇ ਉਹ ਵੀ ਇੱਕ ਤਰ੍ਹਾਂ ਨਾਲ ਵੱਧ ਰਹੇ ਨੇ, ਜਿਵੇਂ ਮਾਊਂਟੇਨਸ, ਠੀਕ ਹੈ। ਹੁਣ ਮਾਊਂਟੇਨ ਦੇ ਵਿੱਚ ਹੋਰ ਮਟੀਰੀਅਲ ਐਡ ਹੋ ਗਿਆ, ਸੋਇਲ ਐਡ ਹੋ ਗਈ, ਤਾਂ ਉਸ ਮਾਊਂਟੇਨ ਦਾ ਸਾਈਜ਼ ਵੀ ਇਨਕਰੀਜ਼ ਹੋ ਜੂ, ਠੀਕ ਹੈ। ਜੇ ਆਪਾਂ ਗਰੋਥ ਦੀ ਜਨਰਲ ਟਰਮ ਬੋਲ ਰਹੇ ਹਾਂ ਕਿ ਇਨਕਰੀਜ਼ ਇਨ ਬੋਡੀ ਮਾਸ, then here also there is an increase in mass, so it means non-living things are also growing। so growth ਨੂੰ ਆਪਾਂ defining property ਨਹੀਂ ਲੈ ਸਕਦੇ living organisms। ਹਾਂ, this is a characteristic of living organism but not defining ਦਾ means ਜੋ exact living word ਨੂੰ define ਕਰਦੀ ਹੈ ਹੋਰ, ਠੀਕ ਹੈ। non living ਦਾ ਉਹ ਕਰੈਕਟਰ ਬਿਲਕੁਲ ਨਾ ਹੋਵੇ, ਠੀਕ ਹੈ। ਬਟ ਦਿਸ ਵਾਜ਼ ਦਾ ਫਸਟ ਗਰੋਥ, ਠੀਕ ਹੈ। ਆਪਾਂ ਹੁਣੇ ਦੇਖਿਆ ਗਰੋਥ, ਰੀਪਰੋਡਕਸ਼ਨ, ਅਬਿਲਿਟੀ ਟੂ ਸੈਂਸ ਇਨਵਾਇਰਮੈਂਟ, these all are characteristics of living organism। but now we will see which are the defining properties of living organism। ਇਹਨਾਂ ਚੋਂ defining property ਕੀ ਹੈ। ਗਰੋਥ ਦੀ ਡਿਸਕਸ਼ਨ ਹੋ ਚੁੱਕੀ ਹੈ, ਠੀਕ ਹੈ। ਗਰੋਥ ਤੋਂ ਬਾਅਦ ਬੇਟਾ ਨੈਕਸਟ ਹੈ ਰੀਪਰੋਡਕਸ਼ਨ, ਠੀਕ ਹੈ। ਰੀਪਰੋਡਕਸ਼ਨ ਤੁਹਾਨੂੰ ਪਤਾ, ਲਿਵਿੰਗ ਆਰਗੇਨਿਜ਼ਮ ਰੀਪਰੋਡਕਸ਼ਨ ਕੀ ਹੁੰਦੀ ਹੈ, ਫਾਰਮੇਸ਼ਨ ਆਫ ਨਿਊ ਇੰਡੀਵਿਜੂਅਲਸ ਫਰੋਮ ਦੇਅਰ ਪੇਰੈਂਟਸ। ਜਿਵੇਂ ਆਪਾਂ ਆਪਣੇ ਪੇਰੈਂਟਸ ਤੋਂ ਆਏ ਹਾਂ, ਆਪਾਂ ਨੂੰ ਪਤਾ ਸਾਰੇ ਬਾਕੀ ਲਿਵਿੰਗ ਆਰਗੇਨਿਜ਼ਮ ਸੀ, ਈਵਨ ਕਿ ਪਲਾਂਟਸ ਦੇ ਵਿੱਚ ਨਵੀਂ ਸੀਡਲਿੰਗ ਗਰੋ ਕਰਦੀ ਹੈ, ਠੀਕ ਹੈ। ਪਲਾਂਟਸ ਗਰੋ ਕਰ ਰਹੇ, ਪਲਾਂਟਸ ਦੇ ਵਿੱਚ ਰੀਪਰੋਡਕਸ਼ਨ ਹੋ ਰਹੀ ਹੈ, ਨਵੇਂ ਪਲਾਂਟਸ ਬਣ ਰਹੇ ਨੇ। ਸੋ ਦੈਟ ਇਜ਼ ਫਾਰਮੇਸ਼ਨ ਆਫ ਇੰਡੀਵਿਜੂਅਲਸ ਫਰੋਮ ਦੇਅਰ ਪੇਰੈਂਟਸ। ਬਟ ਇਹਦੇ 'ਚ ਵੀ ਐਕਸੈਪਸ਼ਨਲ ਕੇਸਿਸ ਨੇ, ਇਹ ਵੀ ਡਿਫਾਈਨ, ਹਾਂ ਆਪਾਂ ਨੂੰ ਇਹ ਪਤਾ ਕਿ ਰੀਪਰੋਡਕਸ਼ਨ ਡਜ਼ ਨਾਟ ਅਕਰਸ ਇਨ ਨੋਨ ਲਿਵਿੰਗ ਥਿੰਗਸ, ਬਟ ਰੀਪਰੋਡਕਸ਼ਨ ਦੇ ਵਿੱਚ ਵੀ ਇੱਕ ਐਕਸੈਪਸ਼ਨ ਆ ਕਿ ਲਿਵਿੰਗ ਆਰਗੇਨਿਜ਼ਮ ਦੇ ਵਿੱਚ ਕਈ ਜੋ ਇਨਸੈਕਟਸ ਨੇ ਜਾਂ ਐਨੀਮਲਸ ਨੇ, ਦੇ ਆਰ ਨਾਟ ਫਰਟਾਈਲ। ਰੀਪਰੋਡਕਸ਼ਨ ਦਾ ਮੀਨ ਕੀ ਆ ਕਿ ਆਰਗੇਨਿਜ਼ਮ ਨੂੰ, ਹਾਂਜੀ, ਫਰਟਾਈਲ ਹੋਣਾ ਜ਼ਰੂਰੀ ਹੈ। ਫਰਟਾਈਲ ਵਰਡ, ਠੀਕ ਹੈ। ਫਰਟਾਈਲ ਮੀਨਸ ਵਿਚ ਹੈਜ਼ ਦ ਐਬਿਲਿਟੀ ਟੂ ਰੀਪਰੋਡਿਊਸ। ਬਟ ਵੀ ਹੈਵ ਸਮ ਐਗਜ਼ਾਮਪਲਸ, ਜਿਵੇਂ ਬੀਜ਼ ਦੇ ਕੇਸ ਦੇ ਵਿੱਚ ਵਰਕਰ ਬੀਜ਼ ਨੇ, ਮੂਲਸ, ਠੀਕ ਹੈ। ਦੈਨ ਇਨਫਰਟਾਈਲ ਹਿਊਮਨ ਕਪਲਸ ਆਪਣੇ ਕੋਲ ਐਗਜ਼ਾਮਪਲ ਆ,
ਕਈ ਵਾਰੀ ਹਿਊਮਨ ਬੀਇੰਗਸ ਦੇ ਵਿੱਚ ਵੀ ਅੱਗੇ ਆਫ ਸਪਰਿੰਗ ਹੋਣ ਦੇ ਚਾਂਸਸ ਨਿਲ ਹੁੰਦੇ ਨੇ, ਦੈਟ ਦੇ ਕਾਂਟ ਰੀਪਰੋਡਿਊਸ ਆਫ देयर ਓਨ। ਤਾਂ ਆਪਾਂ ਰੀਪਰੋਡਕਸ਼ਨ ਨੂੰ ਵੀ ਪਰਫੈਕਟਲੀ ਡਿਫਾਈਨਿੰਗ ਕਰੈਕਟਰਿਸਟਿਕ ਨਹੀਂ ਕਹਿ ਸਕਦੇ ਲਿਵਿੰਗ ਆਰਗੇਨਿਜ਼ਮ ਦਾ, ਠੀਕ ਹੈ, ਕਿਉਂਕਿ ਹੁਣ ਆਪਾਂ ਦੇਖਿਆ ਸਾਰੇ ਲਿਵਿੰਗ ਆਰਗੇਨਿਜ਼ਮਸ ਨਹੀਂ ਰੀਪਰੋਡਿਊਸ ਕਰ ਰਹੀ, देयर आर एक्सेप्शंस, ठीक है। लिविंग ऑर्गेनिज्म इन जनरल रिप्रोडक्शन मीन्स, ठीक है, रिप्रोडक्शन लिए आप शॉर्ट, हाँ जी, रिप्रोडक्शन इन जनरल दैट मीन्स एबिलिटी ऑफ इंडिविजुअल्स, ठीक है, टू रिप्रोड्यूस। नेक्स्ट है अपनी प्रॉपर्टी मैटाबॉलिज्म। बेटा मैटाबॉलिज्म की है, लिविंग ऑर्गेनिज्म के अंदर कोई रिएक्शंस चलनियाँ, ठीक है, द केमिकल रिएक्शंस विच आर टेकिंग प्लेस इन आवर बॉडी, ठीक है, बट नॉन लिविंग थिंग्स दे विच किसी च भी रिएक्शन नहीं, बट डिफाइनिंग प्रॉपर्टी है मैटाबॉलिज्म। हाउ इज इट डिफाइनिंग प्रॉपर्टी? क्योंकि सारे लिविंग ऑर्गेनिज्म दे विच ही मैटाबॉलिज्म हो रही है। उन्हां दे विच मैटाबॉलिज्म के अंडर तुहानूं पता लोअर क्लासिस तुसीं पढ़दे हो कैटाबॉलिक रिएक्शंस होंदियां ने ते एनाबॉलिक। कैटाबॉलिक, ठीक है, जिहदे विच ब्रेकेज होंदी है लार्ज मॉलिक्यूल्स दी टू रिलीज एनर्जी एंड दैट एनर्जी इज यूज्ड, ठीक है, इन अवर वर्क। तो जो आप काम करते हैं जो एनर्जी आप यूज करते हैं। एनाबॉलिक पाथवेज की है कि जो आप फूड लैके जाने, फूड नूं यूज करते हैं, उस दे विचों एनर्जी दा प्रोड्यूस होंदी है, ठीक है। फरदर अपने अंदर नवे जो प्रोटीन्स या नवे बिल्डिंग ब्लॉक्स बनते ने, ठीक है, दैट आर एनाबॉलिक पाथवेज। तो जदों, ठीक है, दो तरह की रिएक्शंस चल रही है मैटाबॉलिज्म के दौरान, कैटाबॉलिक एंड एनाबॉलिक। ऑल लिविंग ऑर्गेनिजम्स अंडरगो मैटाबॉलिज्म, ताई आप सारे काम कर रहे हैं, तुर फिर रहे हैं लिविंग ऑर्गेनिजम्स, ठीक है, उन्होंने एनर्जी की रिक्वायरमेंट आ, दैट एनर्जी रिक्वायरमेंट इज, ठीक है, given through metabolism. So metabolism is the defining character of living beings. Next है बेटा cellular organization. This is also a defining property of living organisms, ठीक है। cellular organization means ਆਪਾਂ ਨੂੰ ਪਤਾ कि सारे लिविंग ऑर्गेनिज्म सैल्स ਦੇ बने। तो देखो ਹੁਣ ਤੁਹਾਨੂੰ पता कि ਆਪਾਂ ऑर्गेनिज्म ऑर्गेनिजम्स का ग्रुप ही चलो पापूलेशन बनाता, फिर कम्यूनिटी इकोसिस्टम्स बनते हैं नेचर के विच। बट एक ऑर्गेनिज्म के अंडर अपने विच ऑर्गनस प्रेजेंट ने। ऑर्गनस की बनाते हैं? ऑर्गन सिस्टम्स, ठीक है। जिमें तुसी लोअर क्लासिस दे विच डाइजेस्टिव सिस्टम पढ़िया होया, डाइजेस्टिव सिस्टम, ठीक है। डाइजेस्टिव सिस्टम एक ऑर्गन सिस्टम आ, बहुत सारे ऑर्गनस का बनया होया। तो इंडिविजुअल ऑर्गन फॉर एग्जाम्पल जिमें डाइजेस्टिव सिस्टम के विच ऑर्गन स्टमक लै लो, इंटेस्टाइन लै लो, ठीक है, दे आर ऑल डिफरेंट ऑर्गनस। तो ऑर्गनस बने हुए ने बेटा टिशूज दे, ठीक है। ऑर्गन आ जिहड़ा एक ऑर्गन आ उहदे विच टिशूज प्रेजेंट हुंदे ने डिफरेंट डिफरेंट, ते हरेक टिशू डिफरेंट, हरेक टिशू है जिहड़ा इज मेड अप ऑफ अ सैट ऑफ सैल्स, ठीक है। टिशूज अगे सैल्स के बने हुए ने। तो सैलूलर ऑर्गेनाइजेशन लिविंग ऑर्गेनिज्म का डिफाइनिंग करैक्टर आ, क्योंकि वो सैल्स मिल के बनाते हैं टिशू, टिशूज तो बनते ऑर्गनस ते ऑर्गन सिस्टम्स। जो ये पूरा सिस्टम इवॉल्व हो रहा, बन रहा सैल्स की हैल्प नाल, दैट ऑर्गेनाइजेशन इज प्रेजेंट ओनली इन लिविंग ऑर्गेनिज्म। सो दैट बिकम्स अ डिफाइनिंग करैक्टरिस्टिक ऑफ लिविंग ऑर्गेनिज्म, ठीक है। नेक्स्ट लास्ट प्रॉपर्टी है कॉन्शियसनेस। कॉन्शियसनेस मीन्स कि आप अपने इन्वायरमेंट नू सेंस कर सकते हैं। लिविंग ऑर्गेनिज्म सेंस कर सकते हैं, नॉन लिविंग ऑर्गेनिजम्स नहीं। सेंस एग्जाम्पल के तौर पर इतने गूज बम्प्स दिखाए हुए हैं। गूज बम्प्स की कि जो आपू ठंड लगती है, ठीक है, तो आपने एकदम जो हेयर फॉलिकल्स होंगे ने स्किन के उत्ते, ठीक है, वो इरैक्ट हो जाते हैं, ठीक है, स्ट्रेट हो जाते हैं। तुहानूं पता ये तुसीं सब फील करते हो,
ठीक है। ठंड दे विच आपां शिवरिंग करते हैं, इट मीनस वी आर सेंसिंग दैट इन्वायरमेंट। डिफरेंट सेंस ऑर्गन्स प्रेजेंट ने, ह्यूमन बींग्स जे एनीमल्स एग्जाम्पल लो। सिमिलरली प्लांट्स भी सेंस करते हैं। जे तुसी फोटोट्रोपिज्म दा एक्सपैरीमेंट तुसी अपने अगे +1 ਦੇ ਪ੍ਰੈਕਟੀਕਲਸ ਦੇ ਵਿੱਚ ਵੀ ਕਰੋਗੇ ਕਿ ਜਦੋਂ ਤੁਸੀਂ ਪਲਾਂਟ ਨੂੰ ਸਿਰਫ ਇੱਕੋ ਜਗ੍ਹਾ ਤੋਂ ਇੱਕ ਸਾਈਡ ਤੋਂ ਹੀ ਲਾਈਟ ਪ੍ਰੋਵਾਈਡ ਕਰੋ ਤਾਂ ਆਟੋਮੈਟਿਕਲੀ ਉਹ ਪਲਾਂਟ ਆ ਟਰਨ ਕਰ ਯੂ ਟੂਵਰਡਸ ਦੈਟ ਲਾਈਟ। ਇਟ ਮੀਨਸ ਦੈਟ ਪਲਾਂਟ ਇਜ਼ ਸੈਂਸਿੰਗ, ਠੀਕ ਹੈ, ਕੌਨਸ਼ੀਅਸ ਆਫ ਪਲਾਂਟ। ਸੋ ਕੌਨਸ਼ੀਅਸਨੈਸ ਇਜ਼ ਦ ਡਿਫਾਈਨਿੰਗ ਪ੍ਰੋਪਰਟੀ ਆਫ ਲਿਵਿੰਗ ਬੀਂਗਸ, ਠੀਕ ਹੈ। ਕੌਨਸ਼ੀਅਸਨੈਸ ਲਿਵਿੰਗ ਆਰਗੈਨਿਜ਼ਮਸ ਨੂੰ ਪੂਰੀ ਤਰ੍ਹਾਂ ਡਿਫਾਈਨ ਕਰ ਰਹੀ, ठीक है। एग्जाम्पल ली फिर ह्यूमन बीइंग सेंस इन्वायरमेंट थ्रू सेंस ऑर्गन्स एंड प्लांट्स रिस्पॉन्ड टू एक्सटर्नल फैक्टर्स लाइक लाइट, टेंपरेचर, वाटर। प्लांट्स भी, ठीक है, एक्सटर्नल फैक्टर्स नू रिस्पॉन्ड करते हैं, दैट इज कॉन्शियसनैस, ठीक है। नैक्सट हुण देखो आपां लिविंग ऑर्गेनिज्म के जनरल करैक्टर्स कर ले, उन्हां करैक्टर्स दे विच आपां डिफाइनिंग प्रॉपर्टीज कर लियां। नैक्सट अपना टॉपिक है, देखो इन्ने तरह के लिविंग ऑर्गेनिजम्स प्रेजेंट ने इन्वायरमेंट दे विच। आपां आले दुआले इन्ने तरह के ऑर्गेनिजम्स देखते हैं। जे आपां इंसैक्ट्स तो शुरू करिए, इंसैक्ट्स ही इन्ने तरह दियां ने, ठीक है। होर ऑर्गेनिजम्स तो ऑलमोस्ट 1.7 to 1.8 मिलियन स्पीसीज, ठीक है, जिहड़ियां आइडेंटिफाई हो सकियां ने, आइडेंटिफाइड ने। हले बहुत सारियां इहो जिहियां ने जिहड़ियां ਆਪਾਂ ਨੂੰ ਪਤਾ ਨਹੀਂ, ਆਪਾਂ ਆਇਡੈਂਟੀਫਾਈ ਨਹੀਂ ਕੀਤੀਆਂ, ਸਾਇੰਟਿਸਟ ਨੇ ਉਹਨਾਂ ਨੂੰ ਆਇਡੈਂਟੀਫਾਈ ਨਹੀਂ ਕੀਤਾ, ਠੀਕ ਹੈ। ਤਾਂ 1.7 to 1.8 ਮਿਲੀਅਨ ਆਇਡੈਂਟੀਫਾਈਡ ਸਪੀਸੀਜ਼ ਨੇ। all organisms which live on earth together make up a natural diversity of life। ਤਾਂ ਓਵਰਆਲ ਉਹਨੂੰ ਆਪਾਂ ਟਰਮ ਦਿੰਦੇ ਹਾਂ ਬੇਟਾ ਬਾਇਓਡਾਇਵਰਸਿਟੀ, ਕਿ ਇੰਨੇ ਡਾਈਵਰਸ ਫਾਰਮ ਦੇ ਵਿੱਚ, ਡਾਈਵਰਸ ਮੀਨਸ ਡਿਫਰੈਂਟ ਟਾਈਪਸ ਆਫ biological species are present on earth, ठीक है। ओवरऑल उन्होंने टर्म दिंदे आपां बायोडाइवर्सिटी। हुण इन्नी सारी बायोडाइवर्सिटी नूं किवें कोई स्टडी कर सकदा, तां उहदे लई एक सिस्टम बनाया साइंटिस्ट ने, ठीक है। सिस्टम जिहनूं नाम दिता टैक्सोनॉमी दा। टैक्सोनॉमी की है, सिस्टमैटिक वे नाल ऑर्गेनिज्म नूं अरेंज कीता जांदा, सिस्टमैटिक वे नाल उन्हां नूं ऑर्गेनिजम्स नूं, ठीक है, अरेंज किया जाता, जिहदे च फॉलोइंग प्रिंसीपल्स आर फॉलोड। करैक्टराइजेशन, कोई भी ऑर्गेनिज्म किसी साइंटिस्ट नूं जां किसी नूं भी मिलदा, उस ऑर्गेनिज्म के करैक्टर्स देखे जाते हैं, मॉर्फोलॉजिकल, फिजियोलॉजिकल, ठीक है, उहदे इंटरनल एक्सटर्नल करैक्टर देखे जाते हैं, उन्होंने आइडेंटिफाई किया जाता। ऑलरेडी जो नोन स्पीसीज ने, ठीक है, जिहड़ियां स्पीसीज पहले ही पता, उन्होंने करैक्टर्स नूं नाल मैच करके उन्होंने आइडेंटिफाई किया जाता कि ये स्पीसीज जिहड़ी नवीं फाइंड आउट हुई है, नवां ऑर्गेनिज्म जिहड़ा मिलिया, एक किहदे नाल मिलदा, ठीक है। फिर उन्होंने नेम भी दिता जाता, तो फिर लास्ट क्लासीफिकेशन। अगे आपां देखांगे सारियां टर्म्स 1 by 1, फिर तुहानूं ज़्यादा क्लीयर होऊगा, ठीक है। बट इन जनरल दिस ऑल कम्स अंडर टैक्सोनॉमी, ठीक है। मेन आपां कर रहे हैं टैक्सोनॉमी, ये ब्रांच साइंस दी, ठीक है, इन विच सिस्टमैटिक अरेंजमेंट ऑफ ऑर्गेनिजम्स इज डन, ठीक है, सिंपल वे दे विच। नैक्सट है टर्म मेन सिस्टमैटिक्स, ठीक है, टैक्सोनॉमी नाल मिलदी जल्दी है। इट मीन सिस्टमैटिक अरेंजमेंट ऑफ ऑर्गेनिजम। सेम फर्स्ट टाइम लीनियस सिस्टेमा नैचुरी उन्हें बुक लिखी सी, ठीक है, इन विच सिस्टमैटिकली ही अरेंज्ड लिविंग ऑर्गेनिज्म जिन्ने उन्होंने नोन सीगे। नैक्सट है आइडेंटिफिकेशन की हुंदा, इट इज़ टू डिटरमिन द एग्जैक्ट प्लेस और पोजीशन ऑफ ऑर्गेनिज्म इन सैट ऑफ प्लान ऑफ क्लासीफिकेशन। पहला तो ही साइंटिस्ट, ठीक है, क्लासीफाई करते आ रहे ऑर्गेनिजम्स नूं उन्हां दे करैक्टर्स के बेस ते कि दो ऑर्गेनिजम्स इक्को जे दिख रहे हैं, जिवें हुण सारे एनीमल्स ने उन्हां नूं एक ग्रुप च रखता, सारे प्लांट्स नूं एक ग्रुप च रखता, ठीक है। फरदर उन्होंने फिर मतलब डिवाइड किया कि डिफरेंट कैटेगरीज के होर की ज़्यादा सिमिलैरिटी जिन्हों च उन्होंने फिर एक ग्रुप च रखता, इदा ग्रुपिज्म की जाती है। तो आइडेंटिफिकेशन की होंगी है कि जो नवी कोई चीज़ मिलती है, नवा कोई लिविंग ऑर्गेनिज्म मिलता, ठीक है, तो उसनों पोजीशन देनी, एग्जैक्ट प्लेस, ठीक है, कि जो
ਕਲਾਸੀਫਿਕੇਸ਼ਨ ਆਪਾਂ ਪਲਾਨ ਕੀਤੀ ਹੈ ਉਸ 'ਚ ਉਹਦੀ ਕੀ ਪੋਜੀਸ਼ਨ ਆ, ਉਹਨੂੰ ਕਿੱਥੇ ਰੱਖਿਆ ਜਾਊਗਾ, ਕਿਹੜੇ ਆਰਗੇਨਿਜ਼ਮਸ ਨਾਲ ਉਹਦੀ ਸਿਮਿਲੈਰਿਟੀ ਆ, ਠੀਕ ਹੈ। ਤਾਂ ਉਹ ਕੀਜ਼ ਦੀ ਹੈਲਪ ਨਾਲ ਹੁੰਦੀ ਆ, ਆਪਾਂ ਲਾਸਟ ਡਿਸਕਸ ਕਰਾਂਗੇ ਕੀਜ਼, ਠੀਕ ਹੈ। ਦੈਨ ਹੈ ਨੈਕਸਟ ਕਲਾਸੀਫਿਕੇਸ਼ਨ, ठीक है, वो भी सेम टर्म्स ने डिफरेंट बेटा, ठीक है। क्लासिफिकेशन प्लेसिंग ऑफ ऑर्गेनिजम्स और a group of organisms in category, different categories च किसी ऑर्गेनिज्म ਨੂੰ ਰੱਖਣਾ, that is classification। ਉਹ ਅੱਗੇ ਆਪਾਂ ਦੇਖਾਂਗੇ ਕੈਟੇਗਰੀਜ਼ ਕੀ ਹੁੰਦੀਆਂ ਨੇ, ਕਲਾਸੀਫਿਕੇਸ਼ਨ ਜਨਰਲ, ਠੀਕ ਹੈ, ਉਹ ਆਪਾਂ ਦੇਖਾਂਗੇ ਕਲਾਸੀਫਿਕੇਸ਼ਨ ਕਿਵੇਂ ਕੀਤੀ ਜਾਂਦੀ ਹੈ, ਕੀ ਟਰਮਸ ਉਹਦੇ 'ਚ ਯੂਜ਼ ਹੁੰਦੀਆਂ ਨੇ। ਹਾਂਜੀ, ਨੈਕਸਟ ਇੰਪੋਰਟੈਂਟ ਇਹ ਦੋ ਤੁਹਾਨੂੰ ਐਕਰੋਨਿਮਸ ਨੇ, ICBN ਇੰਟਰਨੈਸ਼ਨਲ ਕੋਡ ਆਫ ਬੋਟੈਨੀਕਲ ਨੋਮੀਨਕਲੇਚਰ, ਜਿਹ 'ਚ ਪਲਾਂਟਸ ਨੂੰ, ਠੀਕ ਹੈ, ਬੋਟਨੀ ਮੀਨਸ ਪਲਾਂਟਸ ਨਾਲ ਰਿਲੇਟਡ, ਤਾਂ ਇੱਥੇ ਇਹਦੇ 'ਚ ਪਲਾਂਟਸ ਨੂੰ ਦਾ ਨੇਮ ਦਿੱਤਾ ਜਾਂਦਾ, ਉਹਨਾਂ ਨੂੰ ਆਇਡੈਂਟੀਫਾਈ ਕੀਤਾ ਜਾਂਦਾ ਅਤੇ ਕਲਾਸੀਫਾਈ ਕੀਤਾ ਜਾਂਦਾ। ਦਿਸ ਇਜ਼ ਦਾ ਸੈਟ ਆਫ ਰੂਲਸ, ਠੀਕ ਹੈ, ਇੰਟਰਨੈਸ਼ਨਲ ਕੋਡ ਆਫ ਬੋਟੈਨੀਕਲ ਨੋਮੀਨਕਲੇਚਰ। ਇਹ ਕੋਡਸ ਜਾਂ ਰੂਲਸ ਦਿੱਤੇ ਹੋਏ ਨੇ ਕਿ ਕਿਵੇਂ ਪਲਾਂਟਸ ਨੂੰ ਨੇਮ ਦੇਣਾ ਜਾਂ ਉਹਨਾਂ ਨੂੰ ਕਲਾਸੀਫਾਈ ਕਰਨਾ। ਸਿਮਿਲਰਲੀ ਐਨੀਮਲਸ ਲਈ ਹੈ ਇੰਟਰਨੈਸ਼ਨਲ ਕੋਡ ਆਫ ਜ਼ੂਲੋਜੀਕਲ ਨੋਮੀਨਕਲੇਚਰ ICGN, ਠੀਕ ਹੈ। ਹੁਣ ਨੈਕਸਟ ਹੈ ਬਾਇਨੋਮੀਅਲ ਨੋਮੀਨਕਲੇਚਰ। ਵਟ ਇਜ਼ ਬਾਇਨੋਮੀਅਲ ਨੋਮੀਨਕਲੇਚਰ, ਠੀਕ ਹੈ। ਬਾਇਨੋਮੀਅਲ ਨੋਮੀਨਕਲੇਚਰ ਫਸਟ ਕਿਹਨੇ ਦਿੱਤੀ ਸੀ ਟਰਮ, ਕਾਰਲੋਸ ਲੀਨੀਅਸ। ਲੀਨੀਅਸ used nomenclature system for first time, ठीक है, and proposed scientific name for all plants and animals, कि plants ਤੇ animals ਨੂੰ ਕਿਵੇਂ ਨੇਮ ਦਿੱਤਾ ਜਾਂਦਾ, ਨੇਮਿੰਗ ਕਿਵੇਂ ਕੀਤੀ ਜਾਂਦੀ ਹੈ, ਉਹ ਸਿਸਟਮ ਦਿੱਤਾ ਸੀ ਕਾਰਲੋਸ ਲੀਨੀਅਸ। ਬਾਇਨੋਮੀਅਲ ਨੇਮਿੰਗ ਨੋਮੀਨਕਲੇਚਰ, ਬਾਈ ਮੀਨਸ ਟੂ, ਠੀਕ ਹੈ, ਟੂ ਵਰਡਸ ਦਾ ਇੱਕ ਨੇਮ, ਠੀਕ ਹੈ। ਹਾਂਜੀ, ਇਹਦੇ 'ਚ ਕੀ ਹੁੰਦਾ, ਈਚ ਸਾਇੰਟੀਫਿਕ ਨੇਮ ਹੈਜ਼ 2 ਕੰਪੋਨੈਂਟਸ। ਕੋਈ ਵੀ ਆਪਾਂ ਦੇਖੋ ਸਾਇੰਟੀਫਿਕ ਨੇਮ ਕਿਉਂ ਦਿੱਤਾ ਜਾਂਦਾ ਕਿਸੇ ਪਲਾਂਟ ਜਾਂ ਐਨੀਮਲ ਨੂੰ, ਠੀਕ ਹੈ। ਹੁਣ ਦੇਖੋ ਕਾਮਨ ਨੇਮਸ ਆਪਾਂ ਨੂੰ ਪਤਾ, ਆਪਾਂ ਇੱਥੇ ਕਿਸੇ ਆਰਗੇਨਿਜ਼ਮ ਨੂੰ, ਕਿਸੇ ਵੀ ਐਨੀਮਲ ਨੂੰ ਕਿਸੇ ਆਪਣੀ ਲੈਂਗੁਏਜ ਦੇ ਵਿੱਚ, ਠੀਕ ਹੈ, ਲੈਂਗੁਏਜਿਸ ਇੰਨੀ ਤਰ੍ਹਾਂ ਦੀਆਂ ਨੇ, ਆਪਾਂ ਉਹਨੂੰ ਕੁਛ ਹੋਰ ਕਹਿ ਰਹੇ ਹਾਂ। ਕਿਸੇ ਹੋਰ ਦੇਸ਼ 'ਚ ਆਪਾਂ ਜਾ ਰਹੇ ਹਾਂ, ਕਿਸੇ ਹੋਰ ਕੰਟਰੀ, ਆਪਣੀ ਇੰਡੀਆ 'ਚ ਲੈ ਲਓ, ਆਪਾਂ ਕਿਸੇ ਹੋਰ ਸਟੇਟ, ਸਾਊਥ ਸਟੇਟ 'ਚ ਜਾਂਦੇ ਹਾਂ, ਉੱਥੇ ਉਹ ਆਪਣੀ ਲੈਂਗੁਏਜ 'ਚ ਉਸੇ ਹੀ ਆਰਗੇਨਿਜ਼ਮ ਨੂੰ ਕੋਈ ਹੋਰ ਨਾਮ ਦਿੰਦੇ ਨੇ। ਤਾਂ ਸਾਇੰਟਿਸਟ ਲਈ ਉਹ ਸਟੱਡੀ ਕਰਨੀ, ਠੀਕ ਹੈ, ਡਿਫੀਕਲਟ ਹੁੰਦੀ ਹੈ, ਕਿਉਂਕਿ ਉਹਨਾਂ ਨੇ ਓਵਰਆਲ ਪੂਰੇ ਅਰਥ 'ਤੇ ਪ੍ਰੈਜ਼ੈਂਟ ਜੋ ਸਪੀਸੀਜ਼ ਨੇ ਉਹਨਾਂ ਨੂੰ ਡਿਸਕਸ ਕਰਨਾ, ਠੀਕ ਹੈ। ਉਹਨਾਂ ਬਾਰੇ ਉਹਨਾਂ ਨੂੰ ਉਸ ਲੈਵਲ 'ਤੇ ਆਇਡੈਂਟੀਫਾਈ ਕਰਨਾ ਕਿ ਪੂਰੇ ਵਰਲਡ ਦੇ ਸਾਇੰਟਿਸਟ ਜਾਂ ਪੂਰੇ ਵਰਲਡ ਨੂੰ ਉਸ ਸਪੀਸੀਜ਼ ਜਾਂ ਉਸ ਐਨੀਮਲ ਬਾਰੇ ਪਤਾ ਚੱਲੇ, ਠੀਕ ਹੈ। ਤਾਂ ਉਹਦੇ ਲਈ ਹੀ ਤਾਂ ਉਹ ਕੋਡਸ ਬਣੇ ਨੇ, ਠੀਕ ਹੈ। ਅਤੇ ਸਿਸਟਮ ਆਇਆ ਬਾਇਨੋਮੀਅਲ ਨੋਮੀਨਕਲੇਚਰ ਦਾ, ਕਿ ਕਾਮਨ ਨੇਮਸ ਨਹੀਂ, ਆਪਾਂ ਸਾਇੰਟੀਫਿਕ ਨੇਮਸ ਯੂਜ਼ ਕਰਨੇ ਨੇ ਕਿਸੇ ਆਰਗੇਨਿਜ਼ਮ ਦਾ ਨਾਮ ਲੈਣ ਲਈ। ਤਾਂ ਉਸ ਸਾਇੰਟੀਫਿਕ ਨੇਮ ਦੇ ਵਿੱਚ ਹੀ 2 ਕੰਪੋਨੈਂਟਸ ਹੁੰਦੇ ਨੇ, ਜੀਨਸ ਅਤੇ ਸਪੀਸੀਜ਼। ਬੇਟਾ ਮੈਂ ਨਹੀਂ ਇਹਦੇ 'ਚ ਡਿਸਕਸ ਕਰ ਰਹੀ ਕਾਮਨ ਨੇਮਸ ਕੀ ਹੁੰਦੇ ਨੇ, ਉਹਦੇ ਐਡਵਾਂਟੇਜਿਸ ਡਿਸਐਡਵਾਂਟੇਜਿਸ, ਇਹ ਤੁਸੀਂ ਆਲਰੇਡੀ ਇੰਨੇ ਕੁ ਨੋਟਸ ਪ੍ਰਿਪੇਅਰ ਕਰ ਚੁੱਕੇ ਹੋ, ਠੀਕ ਹੈ। ਨਾਓ ਸਟੂਡੈਂਟ, ਵੀ ਵਿਲ ਸਟਾਰਟ our next topic, taxonomic categories. What are taxonomic categories? Actually, each organism have been given various categories according to their characters. Living organisms ਨੂੰ divide ਕੀਤਾ ਹੋਇਆ, ਜਿਹਨੂੰ ਆਪਾਂ classification ਬੋਲਦੇ ਹਾਂ, ਕਿਉਂਕਿ ਬੇਟਾ ਐਟ ਏ ਟਾਈਮ ਇੰਨੇ ਜ਼ਿਆਦਾ, ਜਿਵੇਂ ਆਪਾਂ ਕਿਹਾ ਵੀ ਬਿਲੀਅਨਸ ਆਫ ਆਰਗੇਨਿਜ਼ਮਸ ਆਇਡੈਂਟੀਫਾਈ ਹੋਏ ਨੇ ਅਰਥ 'ਤੇ, ਤਾਂ ਐਟ ਏ ਟਾਈਮ ਜੇ ਆਪਾਂ ਨੂੰ ਕਿਸੇ ਆਰਗੇਨਿਜ਼ਮ ਬਾਰੇ ਪਤਾ, ਕੋਈ ਕਰੈਕਟਰ ਦੱਸਣਾ, ਤਾਂ ਆਪਾਂ ਇੰਡੀਵਿਜੂਅਲ ਆਰਗੇਨਿਜ਼ਮ, ਠੀਕ ਹੈ, ਜੋ ਇੰਡੀਵਿਜੂਅਲ ਆਰਗੇਨਿਜ਼ਮ ਆ ਤਾਂ ਉਹਨੂੰ ਐਜ਼ ਸੱਚ ਡਿਫਾਈਨ ਨਹੀਂ ਕਰ ਸਕਾਂਗੇ, ਠੀਕ ਹੈ। ਆਪਾਂ ਇੰਨੇ ਐਟ ਏ ਟਾਈਮ ਇੰਨੇ ਆਰਗੇਨਿਜ਼ਮਸ ਦੀ ਨੌਲੇਜ ਨਹੀਂ ਰੱਖ ਸਕਦੇ, ਇਸ ਕਰਕੇ ਆਪਾਂ ਉਹਨਾਂ ਨੂੰ ਕਾਮਨ ਕੈਟੇਗਰੀਜ਼ ਦੇ ਵਿੱਚ ਰੱਖਿਆ ਹੋਇਆ। ਮੰਨ ਲਓ ਇੱਕ ਸਪੀਸੀਜ਼ ਆ, ਸਪੀਸੀਜ਼ ਕੀ ਹੁੰਦੀ ਆ ਅੱਗੇ ਆਪਾਂ ਡਿਸਕਸ ਕਰਨਾ। ਇੰਡੀਵਿਜੂਅਲ ਜੋ ਕੈਟੇਗਰੀਜ਼ ਨੇ, ਸਪੀਸੀਜ਼ ਐਕਚੁਅਲੀ ਕੀ ਹੁੰਦੇ ਆ, ਸੈਟ ਆਫ ਆਰਗੇਨਿਜ਼ਮ ਵਿਚ ਕੈਨ ਬਰੀਡ, ਠੀਕ ਹੈ। ਉਹ ਆਰਗੇਨਿਜ਼ਮਸ ਜਿਹੜੇ ਬਰੀਡਿੰਗ ਕਰ ਸਕਦੇ ਨੇ ਅਤੇ ਬਰੀਡਿੰਗ ਤੋਂ ਬਾਅਦ ਇੱਕ ਫਰਟਾਈਲ ਆਫਸਪ੍ਰਿੰਗ ਪ੍ਰੋਡਿਊਸ ਕਰ ਸਕਦੇ ਨੇ, ਠੀਕ
ठीक है। जिवें आपां ह्यूमन बीइंग्स अपनी अलग एक स्पीसीज आ, ठीक है। जिवें टाइगर कल्ला टाइगर उहदी अलग टाइगर दी स्पीसीज आ, तां उवें डिफरेंट फिर टाइगर नाल मिलदी जुलदी स्पीसीज आ जिवें लायन दी, ठीक है। तां उन्हां नूं आपां इदां दीयां इहो जिहियां स्पीसीज नूं फिर आपां एक जीनस दे अंडर रख दिंदे हां। अगे आपां कैटेगरीज डिस्क्राइब करांगे, नाल एग्जाम्पल करांगे तो तुहानूं क्लीयर हो जाऊगा, ठीक है। तो वो डिफरेंट डिफरेंट कैटेगरीज डिवाइड करते, जिवें ओवरऑल सब तो लार्जेस्ट कैटेगरी है किंगडम दी, जिवें किंगडम एनीमेलिया तुसीं अगे करोगे, किंगडम एनीमेलिया कि सारे एनीमल्स उस किंगडम दे अंडर आ, ठीक है। तो आपां उवें कैटेगराइज किया होया स्पीसीज नूं, ते उवें करैक्टर्स जिवें याद करने जां एक नवीं जे स्पीसीज फाइंड आउट हुंदी आ उहनूं कीज़ दी हैल्प नाल अगे टैक्सोनॉमिक एड हुंदा एक कीज़ दी हैल्प नाल उस ऑर्गेनिज्म नूं आपां उत्थे फिट कर सकते हैं कि इस कैटेगरी दे अंडर आउंदा जां इहदे करैक्टर्स इहो जी स्पीसीज नाल मैच करते हैं, ठीक है। तो आपां इस नूं अगे फिर इहदी नेमिंग कर सकते हैं, ठीक है। हाँ जी, अगे देखो पहला टैक्सॉन दी डेफिनेशन। ईच यूनिट और कैटेगरी ऑफ क्लासीफिकेशन इज टर्म्ड एज टैक्सॉन। जो भी आप अगे कैटेगरीज करनियां ने, ठीक है, हरेक कैटेगरी नूं टैक्सॉन कहा जाता है। डेफिनेशन आ जाती है तुहानूं, इट रिप्रजेंट अ रैंक। फॉर एग्जाम्पल सब तो जो बेसिक लैवल आ क्लासीफिकेशन का वो स्पीसीज, जितों कैटेगरीज बननियां शुरू हो जांदियां ने। सब तो पहली कैटेगरी जे किसी इंडिविजुअल नूं प्लेस करना दैट इज स्पीसीज, बेसिक लैवल आ क्लासीफिकेशन का। स्पीसीज तो बाद आउंदा जीनस, फिर बहुत सारे जीनस मिल के बनाते, कोई फैमिली तो ऑर्डर, फिर क्लास, फाइलम और डिवीजन, ठीक है। इदा असेंडिंग ऑर्डर च आपां डिफरेंट डिफरेंट कैटेगरीज नूं अरेंज करदे। तो हाईएस्ट लैवल क्लासीफिकेशन का है किंगडम, ठीक है। देखो इत्थे, हाँ जी, स्पीसीज, जीनस, फैमिली, ऑर्डर, किंगडम, ठीक है। हुण नाल इत्थे एग्जाम्पल इत्थे ध्यान नाल समझण दी जरूरत है, ठीक है। हुण तुहानूं क्लीयर भी हो जाऊगा, मैं इधर एग्जाम्पल नोट की है। हाँ जी, स्पीसीज फॉर एग्जाम्पल फर्स्ट टाइगर है स्पीसीज, ठीक है। टाइगर इज द स्पीसीज। राइट हैंड साइड से देखो तुसी, हाँ जी, हाँ जी, टाइगर है। टाइगर दा जो साइंटिफिक नेम है, ठीक है, टाइगर दा जो साइंटिफिक नेम है दैट इज पैंथरा टाइग्रिस, ठीक है। तो लायन है वो होर स्पीसीज का, उस स्पीसीज है लियो, ठीक है। तो तुहाडे कोले लियो ते टाइग्रिस दो स्पीसीज आ गई, ठीक है। नैक्सट है दोनों स्पीसीज नूं दा जीनस कॉमन आ। स्पीसीज आ जड़ियां जिस स्पीसीज डिफरेंट स्पीसीज जड़ियां रिलेटिड स्पीसीज ने उन्हां नूं आपां एक जीनस दे अंडर रखदे आ, ठीक है। तां दोनों पैंथरा टाइग्रिस ते पैंथरा लियो, ठीक है, दोनों स्पीसीज का एक कॉमन जीनस आ। वो केड़ा जीनस है बेटा, राइट हैंड साइड लिखा होया पैंथरा, ठीक है। पैंथरा इज द जीनस। तो डिफरेंट हुण जीनस पैंथरा ते एक सैकेंड जीनस आपां कैट्स का जीनस लै लिया जिसका नाम है फैलिस। तो फैलिस ते पैंथरा दोने जो जीनस ने उन्होंने एक फैमिली च रख लिया। होर भी बहुत सारे जीनस ये इनकलूडिड होणगे, तो मैं एग्जाम्पल दे लई, ठीक है, इत्थे दो एट ए टाइम दो एग्जाम्पल्स ही डिस्कस कर रही हैं। तो इस फैमिली दे अंडर फैमिली लै ली आपां इत्थे फैलिडी, तो फैलिस प्लस जो पैंथरा जीनस आ दोनों एक फैमिली दे अंडर आ गए। तो उस फैमिली का नाम आपां रखिया, उसका नाम की है फैलिडी। तो फैमिली फैलिडी। तो करैक्टर्स देखने ने, जिवें टाइगर स्पीसीज आ, सारे टाइगर्स ब्रीड कर सकते हैं, ठीक है, फर्टाइल ऑफस्प्रिंग प्रोड्यूस कर सकते हैं। लायन लियो अलग स्पीसीज आ, पर दोनों दे विच बहुत कॉमन करैक्टर ने। लायन ते टाइगर च सिमिलैरिटीज़ ने, मोरफोलॉजिकली फिजियोलॉजिकली सारे तरह की सिमिलैरिटीज़ देखे जाते, उन्होंने इंटरनल स्ट्रक्चर, ठीक है, मोरफोलॉजी भी, आउटर करैक्टर्स भी तो इंटरनल भी। तो दोनों जो स्पीसीज ने उन्हों का जीनस एको ही है पैंथरा, उन्होंने नाम तो ही क्लीयर है पैंथरा टाइग्रिस, पैंथरा लियो। बट हुण जीनस फैमिली दे अंडर डिफरेंट जीनस आउंदे ने, फैमिली दे अंडर डिफरेंट जीनस इनकलूडिड हुंदे ने। तो उहदे लई आपां जीनस पैंथरा दा आपां स्टडी कर ही रहे हैं, प्लस कैट्स दी
ਜੋ ਜੀਨਸ ਆ ਉਹਨੂੰ ਨਾਲ ਇਨਕਲੂਡ ਕੀਤਾ। ਹੁਣ ਕੈਟਸ ਤੇ ਲਾਇਨ, ਟਾਈਗਰ, ਇਹਨਾਂ ਸਭ ਦੇ ਵਿੱਚ ਸਿਮਿਲੈਰਿਟੀ ਆ, ਇਹਨਾਂ ਨੂੰ ਫੈਮਿਲੀ ਫੈਲਿਡੀ ਦੇ ਅੰਡਰ ਰੱਖਿਆ ਗਿਆ। ਠੀਕ ਹੈ, ਹੁਣ ਫੈਮਲੀਜ਼ ਆਰਡਰ ਦੇ ਅੰਡਰ ਆਉਂਦੀਆਂ ਨੇ। ਡਿਫਰੈਂਟ ਫੈਮਲੀਜ਼ ਆਰਡਰ ਮੇਨ ਹੈ ਕਾਰਨੀਵੋਰਾ, ਜਿਵੇਂ ਫॉर एग्जांपल। ਠੀਕ ਹੈ, ਤਾਂ ਕੈਟਸ ਜੋ ਟਾਈਗਰ, ਲਾਇਨ, ਟਾਈਗਰ, ਕੈਟ, ਪਲੱਸ ਹੁਣ ਡੌਗਸ ਦੀਆਂ ਫੈਮਲੀਜ਼। ਠੀਕ ਹੈ, ਡੌਗਸ ਦੀਆਂ ਵੀ ਅੰਡਰ ਉਹਦੇ ਫੈਮਲੀ ਦੇ ਅੰਡਰ। ਠੀਕ ਹੈ, ਡੌਗਸ ਜਿਹੜੇ ਨੇ ਫੈਮਲੀ ਕੈਨੇਡੀ ਦੇ ਅੰਡਰ ਨੇ, ਤਾਂ ਉਸ ਫੈਮਲੀ ਕੈਨੇਡੀ ਦੇ ਅੰਡਰ ਡੌਗਸ ਆਉਂਦੇ ਨੇ। ਉਸ 'ਚ ਕਾਫੀ ਤਰ੍ਹਾਂ ਦੀਆਂ ਸਪੀਸੀਜ਼ ਨੇ, ਜੀਨਸ ਨੇ। ਠੀਕ ਹੈ, ਤਾਂ ਫੈਮਲੀ ਕੈਨੇਡੀ, ਫੈਮਲੀ ਫੈਲਿਡੀ, ਦੋਨਾਂ ਨੂੰ ਆਰਡਰ ਕਾਰਨੀਵੋਰਾ ਦੇ ਅੰਡਰ ਰੱਖਿਆ ਹੈ। ਕਾਰਨੀਵੋਰਸ ਐਨੀਮਲਸ ਤੁਸੀਂ ਫਲੈਸ਼ ਈਟਿੰਗ ਐਨੀਮਲਸ ਲੋਅਰ ਕਲਾਸਿਸ 'ਚ ਪੜ੍ਹ ਕੇ ਗਏ, ਉਹ ਕਾਮਨ ਆਰਡਰ ਆ ਕਿ ਉਸ ਆਰਡਰ ਦੇ ਅੰਡਰ ਕਾਫੀ ਸਾਰੀਆਂ ਫੈਮਲੀਜ਼ ਇਨਕਲੂਡਡ ਨੇ। ਤਾਂ ਬਹੁਤ ਸਾਰੇ ਆਰਡਰਸ, ਠੀਕ ਹੈ, ਦੀ ਕਾਮਨ ਹੁੰਦੀ ਇੱਕ ਕਲਾਸ। ਠੀਕ ਹੈ, ਜਿਵੇਂ ਹੁਣ ਦੋਨੋਂ ਆਪਾਂ ਫੈਮਲੀ ਆਰਡਰ ਕਾਰਨੀਵੋਰਾ ਪਲੱਸ ਆਰਡਰ ਲੈ ਲਓ ਪ੍ਰਾਈਮੇਟ ਆ, ਆਪਣਾ ਹਿਊਮਨ ਬੀਇੰਗਸ ਦਾ ਆਰਡਰ ਆ। ਤਾਂ ਆਪਾਂ ਹਿਊਮਨ ਬੀਇੰਗਸ ਪਲੱਸ ਜਿੰਨੇ ਵੀ ਐਨੀਮਲਸ ਹੁਣੇ ਆਪਾਂ ਕੀਤੇ ਨੇ, ਕੈਟਸ, ਡੌਗਸ, ਇਹ ਸਾਰੇ ਕਾਮਨ ਕਲਾਸ ਮੈਮੇਲੀਆ ਦੇ ਅੰਡਰ ਆਉਂਦੇ ਨੇ। ਠੀਕ ਹੈ, ਹੁਣ ਜਿਵੇਂ ਜਿਵੇਂ ਆਪਾਂ ਬੇਟਾ ਉੱਪਰ ਨੂੰ ਮੂਵ ਕਰ ਰਹੇ ਹਾਂ, ਉਵੇਂ ਉਵੇਂ ਕਾਮਨ ਕਰੈਕਟਰ ਤਾਂ ਘਟੀ ਜਾਂਦੇ ਨੇ ਆਪਸ ਦੇ ਵਿੱਚ, ਪਰ ਕੁਛ ਤਾਂ ਕਾਮਨ ਹੈ ਨਾ। ਹੁਣ ਜਿਵੇਂ ਕਾਮਨ ਆਪਾਂ ਕਿਹਾ ਕਲਾਸ ਮੈਮੇਲੀਆ, ਤਾਂ ਉਹ ਸਾਰੇ ਜੋ ਐਨੀਮਲਸ ਆਪਾਂ ਡਿਸਕਸ ਕਰ ਰਹੇ ਹਾਂ ਇੱਥੇ, ਉਹ ਮੈਮੇਲੀਆ ਦੇ ਅੰਡਰ ਨੇ। ਮੈਮੇਲੀਆ ਮੈਮਲਸ ਜਿਨ੍ਹਾਂ ਦੇ ਮੈਮਰੀ ਗਲੈਂਡਸ ਪ੍ਰੈਜ਼ੈਂਟ ਹੁੰਦੇ ਨੇ, ਵਿਚ ਗਿਵ ਬਰਥ ਟੂ ਯੰਗ ਵਨਸ। ਠੀਕ ਹੈ, ਜੋ ਯੰਗ ਵਨਸ ਨੂੰ ਬਰਥ ਦਿੰਦੇ ਨੇ। ਠੀਕ ਹੈ, ਉਹ ਕਲਾਸ ਮੈਮੇਲੀਆ ਦੇ ਅੰਡਰ ਆ। ਮੈਮਰੀ ਗਲੈਂਡਸ, ਮਿਲਕ ਪ੍ਰੋਡਿਊਸਿੰਗ ਗਲੈਂਡਸ ਪ੍ਰੈਜ਼ੈਂਟ ਹੁੰਦੇ ਨੇ ਉਹਨਾਂ 'ਚ। ਤਾਂ ਕਰੈਕਟਰਸ ਦੀ ਜੋ ਅਮਾਊਂਟ ਆ ਉਹ ਤਾਂ ਘਟ ਰਹੀ ਹੈ, ਬਟ ਕੁਛ ਕਾਮਨ ਕਰੈਕਟਰ ਹੋਣ ਕਰਕੇ ਉਹਨਾਂ ਨੂੰ ਇੱਕ ਕਾਮਨ ਕੈਟੇਗਰੀ ਦੇ ਅੰਡਰ ਲਿਆ ਜਾਂਦਾ। ਠੀਕ ਹੈ, ਆ ਇੰਡੀਵਿਜੂਅਲ ਕੈਟੇਗਰੀਜ਼ ਨੂੰ ਆਪਾਂ ਕੀ ਕਹਿੰਦੇ, ਟੈਗਜ਼ੋਨ, ਚਾਹੇ ਟੈਗਜ਼ੋਨ ਵਰਡ ਬੋਲ ਦੋ, ਤਾਂ ਕਾਮਨ ਟੈਗਜ਼ੋਨ ਦੇ ਅੰਡਰ ਲਿਆ ਜਾਂਦਾ। ਕਲਾਸ ਮੈਮੇਲੀਆ ਹੋ ਗਈ ਸਾਰਿਆਂ ਦੀ। ਤਾਂ ਕਲਾਸ ਮੈਮੇਲੀਆ ਪਲੱਸ ਹੋਰ ਅਲੱਗ-ਅਲੱਗ ਕਲਾਸਿਸ, ਜਿਵੇਂ ਐਮਫੀਬੀਅਨਸ ਦੀ ਅਲੱਗ ਕਲਾਸ ਆ, ਕਲਾਸ ਐਮਫੀਬੀਆ, ਜਿਹਦੇ ਵਿੱਚ ਫਰੋਗਸ ਆਉਂਦੇ ਨੇ, ਕ੍ਰੋਕੋਡਾਈਲਸ ਆਉਂਦੇ ਨੇ। ਬਰਡਸ ਦੀ ਅਲੱਗ ਕਲਾਸ ਆ, ਕਲਾਸ ਏਵੀਜ਼। ਪਰ ਉਹ ਸਾਰੀਆਂ ਕਲਾਸਿਸ, ਠੀਕ ਹੈ, ਜਿਹੜੀਆਂ ਸਾਰੀਆਂ ਕਲਾਸਿਸ ਨੇ, ਦੇ ਕਮਸ ਅੰਡਰ ਫਾਈਲਮ ਕੌਰਡੇਟਾ। ਨੈਕਸਟ ਆਉਂਦਾ ਫਾਈਲਮ ਕੌਰਡੇਟਾ। ਇਹ ਡਿਸਕਸ਼ਨ ਆ ਜਿਹੜੀ ਇੰਡੀਵਿਜੂਅਲ ਐਨੀਮਲਸ ਦੀ, ਕਿਸੇ ਦੀ ਸਪੀਸੀਜ਼ ਕੀ ਆ, ਜੀਨਸ ਕੀ ਆ, ਫੈਮਲੀ ਕੀ ਆ, ਆਰਡਰ ਕੀ ਆ, ਉਹ ਸਾਰਾ ਕੁਝ ਬੇਟਾ ਕਲੀਅਰ ਹੋਊਗਾ ਜਦੋਂ ਆਪਾਂ ਨੈਕਸਟ ਚੈਪਟਰਸ ਦੇ ਵਿੱਚ ਕਿੰਗਡਮਸ ਕਰਨੀਆਂ ਨੇ। ਠੀਕ ਹੈ, ਜਦੋਂ ਨੈਕਸਟ ਚੈਪਟਰ ਦੇ ਵਿੱਚ ਆਪਾਂ ਕਿੰਗਡਮ, ਇੱਕ ਵਾਰੀ ਥਰਡ ਚੈਪਟਰ ਦੇ ਵਿੱਚ ਆਪਾਂ ਕਿੰਗਡਮ ਪਲਾਂਟੀ ਕਰਨੀ ਹੈ, ਫਿਰ ਕਿੰਗਡਮ ਐਨੀਮੇਲੀਆ ਕਰਨਾ, ਉੱਥੋਂ ਤੁਹਾਨੂੰ ਫਿਰ ਹੋਰ ਕਲੀਅਰ ਹੋ ਜਾਊਗਾ। ਪਰ ਇੱਥੇ ਆਪਾਂ ਜਨਰਲ ਕਰ ਰਹੇ ਹਾਂ। ਠੀਕ ਹੈ, ਇੱਦਾਂ ਡਿਫਰੈਂਟ ਜਿਵੇਂ ਸਾਰੇ ਜੋ ਐਨੀਮਲਸ ਨੇ ਉਹਨਾਂ ਨੂੰ ਕਿੰਗਡਮ ਐਨੀਮੇਲੀਆ ਦੇ ਅੰਡਰ ਰੱਖਿਆ ਹੋਇਆ। ਕਿੰਗਡਮ ਐਨੀਮੇਲੀਆ 'ਚ ਕਾਮਨ ਫੀਚਰ ਕੀ ਆ, ਐਨੀਮਲਸ ਨੇ ਸਾਰੇ। ਠੀਕ ਹੈ, ਇੱਦਾਂ ਸੈਂਸ ਕਰਦੇ ਨੇ, ਕਰੈਕਟਰਸ ਨੇ, ਮਲਟੀ ਸੈਲੂਲਰ ਔਰਗੇਨਿਜ਼ਮਸ ਨੇ। ਠੀਕ ਹੈ, ਯੂਕਰੀਓਟਿਕ ਔਰਗੇਨਿਜ਼ਮਸ ਨੇ। ਤਾਂ ਕਿੰਗਡਮ ਐਨੀਮੇਲੀਆ ਦੇ ਅੰਡਰ ਰੱਖਿਆ ਹੋਇਆ ਉਸ 'ਚ। ਠੀਕ ਹੈ, ਇੱਕ ਦੋ ਕਰੈਕਟਰਸ, ਮਤਲਬ ਓਵਰਆਲ ਕਰੈਕਟਰਸ ਉਹਨਾਂ ਦੇ ਜਿਹੜੇ ਮੈਚ ਕਰ ਰਹੇ ਨੇ। ਪਰ ਜਿਵੇਂ ਜਿਵੇਂ ਆਪਾਂ ਹਾਇਰ ਆਰਡਰ ਵੱਲ ਜਾਂਦੇ ਉਵੇਂ ਉਵੇਂ ਕਰੈਕਟਰਸ ਦੀ ਜੋ ਮੈਚਿੰਗ, ਨੰਬਰ ਆਫ ਕਰੈਕਟਰਸ ਜਿਹੜੇ ਸਿਮਿਲਰ ਰਹਿੰਦੇ ਨੇ, ਉਹ ਉਹਨਾਂ ਦੀ ਅਮਾਊਂਟ ਘਟ ਰਹੀ ਹੈ। ਪਰ ਹਰ ਇੱਕ ਟੈਗਜ਼ੋਨ ਦੇ ਅੰਡਰ ਡਿਫਰੈਂਟ ਲੋਅਰ ਟੈਗਜ਼ੋਨਸ ਨੇ। ਜਿਵੇਂ ਇੱਕ ਜੀਨਸ ਦੇ ਅੰਡਰ ਕਾਫੀ ਜ਼ਿਆਦਾ ਸਪੀਸੀਜ਼ ਹੋਣਗੀਆਂ, ਫਿਰ ਇੱਕ ਫੈਮਿਲੀ ਦੇ ਅੰਡਰ ਜੀਨਸ ਕਈ ਤਰ੍ਹਾਂ ਦੇ ਹੋਣਗੇ, ਫਿਰ ਆਰਡਰ ਦੇ ਅੰਡਰ ਬਹੁਤ ਤਰ੍ਹਾਂ ਦੀਆਂ ਫੈਮਲੀਜ਼। ਠੀਕ ਹੈ, ਤਾਂ ਇਸ ਤਰ੍ਹਾਂ ਇਹ ਟੈਗਜ਼ੋਨਮਿਕ ਕੈਟੇਗਰੀਜ਼ ਬਣਾਈਆਂ ਗਈਆਂ। ਹਾਂਜੀ, ਨੈਕਸਟ 7 ਜੋ ਆਪਾਂ ਟੈਗਜ਼ੋਨਮਿਕ ਕੈਟੇਗਰੀਜ਼ ਕਰ ਰਹੇ ਹਾਂ, 1 by 1 ਆਪਾਂ ਇਹਨਾਂ ਦੀਆਂ ਡੈਫੀਨੇਸ਼ਨਸ ਕਰਨੀਆਂ। ਜਿਵੇਂ ਸਪੀਸੀਜ਼, ਦੇ ਆਰ ਦਾ ਆਰਗੇਨਿਜ਼ਮਸ ਦੈਟ ਬਰੀਡ ਵਿਦ ਵਨ ਅਨਦਰ ਐਂਡ ਪ੍ਰੋਡਿਊਸ ਫਰਟਾਈਲ ਆਫਸਪ੍ਰਿੰਗ। ਠੀਕ ਹੈ, ਧਿਆਨ 'ਚ ਰੱਖਣਾ, ਆਫਸਪ੍ਰਿੰਗ ਫਰਟਾਈਲ ਪ੍ਰੋਡਿਊਸ ਕਰਦੇ ਹਾਂ, ਕਿਉਂਕਿ ਹੁਣ ਬਹੁਤ ਆਪਾਂ ਲੈਬੋਰਟਰੀ ਲੈਵਲ 'ਤੇ ਬਹੁਤ ਸਾਰੇ ਹਾਈਬ੍ਰਿਡਸ ਵੀ ਬਣਾ ਲੈਂਦੇ ਨੇ। ਠੀਕ ਹੈ, ਪਰ ਆਪਾਂ ਇਹ ਦੇਖਣਾ ਕਿ ਉਹ ਫਰਟਾਈਲ ਆਫਸਪ੍ਰਿੰਗ ਹੋਵੇ, ਨੇਚਰ 'ਚ ਜੋ ਬਰੀਡ ਕਰ ਰਹੀ ਹੈ। ਠੀਕ ਹੈ, ਨੈਕਸਟ ਜੀਨਸ ਕੀ ਆ, ਇਟ ਇਜ਼ ਅ ਗਰੁੱਪ ਆਫ ਕਲੋਜ਼ਲੀ ਰਿਲੇਟਿਡ ਸਪੀਸੀਜ਼। ਇੱਦਾਂ ਹੀ ਸਿਮਿਲਰ ਨੇ ਡੈਫੀਨੇਸ਼ਨਸ। ਫੈਮਲੀ, ਇਟ ਇਨਕਲੂਡਸ ਜੈਨਰਾ, ਜੀਨਸ ਦਾ ਪਲੂਰਲ ਹੈ ਜੈਨਰਾ, ਦੈਟ ਸ਼ੇਅਰ ਮੈਨੀ ਕਰੈਕਟਰਿਸਟਿਕਸ।
order composed of similar families, class similar orders, phylum, ठीक है, different classes which share important characteristics, and kingdom is the largest taxonomic group consisting of closely related phyla. ठीक है, ਹੁਣ ਐਨੀਮਲਸ ਦੇ ਕੇਸ 'ਚ ਬੇਟਾ ਇੱਥੇ ਇੱਕ ਡਿਫਰੈਂਸ ਆ, ਐਨੀਮਲਸ ਦੇ ਕੇਸ 'ਚ ਵਰਡ ਫਾਈਲਮ ਯੂਜ਼ ਕੀਤਾ ਜਾਂਦਾ, ਜਦ ਕਿ ਪਲਾਂਟਸ ਦੇ ਕੇਸ 'ਚ ਇਸ ਫਾਈਲਮ ਦੀ ਜਗ੍ਹਾ ਡਿਵੀਜ਼ਨ ਵਰਡ ਯੂਜ਼ ਕੀਤਾ ਜਾਂਦਾ, ਮੀਨਿੰਗ ਸੇਮ ਹੀ ਆ। ਠੀਕ ਹੈ, ਉਸ ਕੇਸ 'ਚ ਵਰਡ ਡਿਵੀਜ਼ਨ ਯੂਜ਼ ਕੀਤਾ ਜਾਂਦਾ। ਠੀਕ ਹੈ, ਮੀਨਿੰਗ ਇਜ਼ ਸੇਮ। ਫਾਈਲਮ ਤੇ ਡਿਵੀਜ਼ਨ ਉਹੀ, ਫਾਈਲਮ ਦੇ ਅੰਡਰ ਵੀ ਡਿਫਰੈਂਟ ਕਲਾਸਿਸ ਆਉਂਦੀਆਂ ਨੇ, ਸੇਮ ਹੀ ਡਿਵੀਜ਼ਨ ਦੇ ਅੰਦਰ ਵੀ ਡਿਫਰੈਂਟ ਕਲਾਸਿਸ ਆਉਣਗੀਆਂ। ਹਾਂਜੀ, ਇਹ ਫਿਰ ਇੱਕ ਐਗਜ਼ਾਮਪਲ ਦੇ ਤੌਰ 'ਤੇ ਜੋ ਹਾਇਰਾਰਕੀਕਲ ਸਿਸਟਮ ਆ ਸ਼ੋਅ ਕੀਤਾ ਹੋਇਆ ਕਿ ਸਭ ਤੋਂ ਪਹਿਲਾਂ ਹੈ ਸਪੀਸੀਜ਼, ਆ ਇੱਕ ਸਪੀਸੀਜ਼ ਲਈ ਹੋਈ ਆ ਉਰਸਸ, ਠੀਕ ਹੈ, ਆਰਕਟਸ, ਇਸ ਅੱਗੇ ਕਾਮਨ ਜੀਨਸ, ਠੀਕ ਹੈ, ਜੀਨਸ इज अर्सस, देन फैमिली अर्सिडी, कार्निवोरा, ठीक है, ऑर्डर, फिर क्लास मैमेलिया, फिर फाइलम कॉर्डेटा, लास्ट किंगडम एनीमेलिया। ठीक है, तो अपने को डिफरेंट लए हुए ने। दिस इज ग्रिजली बीयर, अर्सस आर्कटस ਇਹਦਾ ਨਾਮ ਆ ਬੇਟਾ, ਇੱਥੇ ਨਾਮ ਵੀ ਲਿਖੇ ਹੋਏ ਨੇ ਗ੍ਰਿਜ਼ਲੀ ਬੀਅਰ। ਇਹਦੀ ਜੋ ਸਪੀਸੀਜ਼ ਆ ਆਰਕਟਸ ਆ, ਠੀਕ ਹੈ, ਨਾਲ ਕਾਮਨ ਜੀਨਸ ਦੇ ਅੰਡਰ ਗ੍ਰਿਜ਼ਲੀ ਬੀਅਰ ਨਾਲ ਬਲੈਕ ਬੀਅਰ ਦੋਨਾਂ ਦਾ ਜੀਨਸ ਸੇਮ ਆ। ਫਿਰ ਡਿਫਰੈਂਟ ਜੀਨਸ ਜਿਵੇਂ ਜਾਇੰਟ ਪਾਂਡਾ, ਠੀਕ ਹੈ, ਇਹਨਾਂ ਤਿੰਨਾਂ ਦਾ ਇਹ ਤਿੰਨੋਂ ਜੀਨਸ ਜਿਹੜੇ ਜੀਨਸ ਆ ਡਿਫਰੈਂਟ, ਦੇ ਕਮ ਅੰਡਰ ਵਨ ਫੈਮਲੀ, ਦੈਨ ਦੇ ਆਲ ਕਮ ਅੰਡਰ ਕਾਮਨ ऑर्डर। फैमिलीज काफ़ी जो रिलेटेड फैमिलीज ने ऑर्डर के अंडर आउंदियां ने। ठीक है, हुण इस फिगर तो एक चीज़ क्लीयर हो रही है, देखो आपां हुणे थोड़ी देर पहला ये करके हटे हाँ कि जिमें ही आपां लोअर टैगजॉन तो या लोअर कैटेगरी तो हायर वाल जाने आ तां जो सिमिलैरिटीज़ ने करैक्टर्स ने दैट सिमिलैरिटीज़ डिक्रीजिज। ठीक है, तो सिमिलैरिटीज़ घटी जा रही हैं। एक कल्ली स्पीसीज़ आ वो तो ब्रीडिंग भी कर सकती है, ठीक है, मेन तो वो डेफिनेशन ब्रीडिंग तो ही आ। ठीक है, वो बहुत सारे ही कॉमन करैक्टर्स आ, क्योंकि स्पीसीज़ ही एक आ, जिमें वो जीनस दे अंडर आ गए जिस दो डिफरेंट स्पीसीज़ ने, तो दो डिफरेंट स्पीसीज़ आपस च ब्रीड नहीं कर सकती, पर उन्होंने सिमिलैरिटीज़ ने, मतलब एक सिमिलैरिटी तो घट गई ना। तो जिमें जिमें आप हायर ऑर्डर वाल मूव कर रहे हैं तो अपने कोले सिमिलैरिटीज़ ऑफ करैक्टर्स डिक्रीज हो रहे हैं। पर दूसरी गल है कि जिमें आप लोअर कैटेगरी तो हायर वाल मूव कर रहे हैं तो अपने कोले जो नंबर ऑफ स्पीसीज़ ने या नंबर ऑफ इंडिविजुअल्स ने लोअर तो हायर वालों इंडिविजुअल्स अपने कोले इनक्रीज हो रहे हैं। इस करके जिमें आप कह दिए कि किंगडम एनीमेलिया सब तो हाईएस्ट कैटेगरी आ, दैट विल हैव ऑल द एनीमल्स ऑफ द वर्ल्ड अंडर वन, मतलब वो वन कैटेगरी के अंडर सारे वर्ल्ड के एनीमल्स वो अंडर आ गए किंगडम एनीमेलिया के अंडर। ठीक है, किंगडम एनीमेलिया तो बाद, ठीक है, जे हुण मान लो क्लास बारे डिस्कस करिए, क्लास मैमेलिया के अंडर बहुत सारे ऑर्डरस ने। ठीक है, तो जिमें जिमें आप उपर को कैटेगरी वाइज जा रहे हैं तो नंबर ऑफ इंडिविजुअल्स तो बढ़ रहे हैं, नंबर ऑफ इंडिविजुअल्स आ, नंबर ऑफ स्पीसीज हर एक, ठीक है, जो कैटेगरी आ, हर एक जो टैगजोन आ, जिमें आप हायर कैटेगरी वाल जा रहे हैं तो वो इंक्रीज हो रहा नंबर, बट सिमिलर करैक्टर्स ने जिहड़े वो डिक्रीज हो रहे हैं। ठीक है, हाँ जी, इस पिक्चर तो क्लीयर होंदा सारा कुछ। ठीक है, नैक्सट लास्ट टॉपिक है जी टैक्सोनॉमिकल एड्स। ये बारे तुसी बेटा पहला लिख लिया, कॉमन आ, तुहानू पता टैक्सोनॉमिक एड्स की ने कि जिथों, ठीक है, आप स्टडी कर सकीए डिफरेंट स्पीसीज़ ऑफ प्लांट्स, एनीमल्स या होर ऑर्गेनिजम्स ने, जिवें माइक्रो ऑर्गेनिजम्स भी होंदे ने, फंजाई, ठीक है, तुसी लोअर क्लासिस दे विच पढ़िया होया। ठीक है, बैक्टीरियाज, ठीक है, प्रोटिस्टा ग्रुप, वो अगे आप नैक्सट चैप्टर दे विच करने आ जो आप 5 किंगडम क्लासीफिकेशन करनी है। तो टैक्सोनॉमिकल एड्स ने द स्टडीज़ ऑफ वेरियस स्पीसीज ऑफ प्लांट्स एनिमल्स। ठीक है, दे रिक्वायर करेक्ट क्लासिफिकेशन एंड आइडेंटिफिकेशन एंड दैट इज गिवन बाय टैक्सोनॉमिकल एड। नेक्स्ट
ਨੈਕਸਟ ਆਈਡੈਂਟੀਫਿਕੇਸ਼ਨ ਆਰਗੈਨਿਜ਼ਮ ਰਿਕੁਆਇਰ ਲੈਬੋਰਟਰੀ ਐਂਡ ਫੀਲਡ ਸਟੱਡੀਜ਼, ਦੋਨੇ ਤਰ੍ਹਾਂ ਦੀਆਂ ਸਟੱਡੀਜ਼ ਚਾਹੀਦੀਆਂ ਨੇ ਜੇ ਆਪਾਂ ਕਿਸੇ ਆਰਗੈਨਿਜ਼ਮ ਨੂੰ ਆਈਡੈਂਟੀਫਾਈ ਕਰਨਾ। ਠੀਕ ਹੈ, ਟੈਕਸੋਨੋਮਿਕਲ ਏਡਸ ਹੈ ਹਰਬੇਰੀਅਮ, ਠੀਕ ਹੈ, ਜਿਹਦੇ 'ਚ ਤੁਸੀਂ ਪਲਾਂਟਸ ਦੇ ਸੈਂਪਲਸ ਨੂੰ ਡਰਾਈ ਕਰਕੇ, ਠੀਕ ਹੈ, ਉਹਨੂੰ ਹਰਬੇਰੀਅਮ ਸ਼ੀਟਸ 'ਤੇ ਰੱਖ ਸਕਦੇ ਹੋ ਅਤੇ ਹਰਬੇਰੀਅਮ ਸ਼ੀਟ 'ਤੇ ਪ੍ਰੋਪਰ ਇਨਫੋਰਮੇਸ਼ਨ ਲਿਖੀ ਜਾਂਦੀ ਆ। ਠੀਕ ਹੈ, ਪ੍ਰੋਪਰ ਇਨਫੋਰਮੇਸ਼ਨ ਲਿਖੀ ਜਾਂਦੀ ਹੈ ਕਿ ਇਹ ਕਦੋਂ ਕਲੈਕਟ ਕੀਤਾ ਗਿਆ ਪਲਾਂਟ, ਕਿਹਨੇ ਕਲੈਕਟ ਕੀਤਾ, ਉਹ ਸਾਰੀ ਡੇਟ, ਉਹਦੀ ਕਲਾਸ, ਆਰਡਰ, ਫੈਮਿਲੀ ਜੋ ਵੀ ਹੈ, ਸਾਰੀ ਟੈਕਸੋਨਮਿਕ ਕੈਟੇਗਰੀਜ਼ ਉਹਦੀਆਂ ਮੈਂਸ਼ਨ ਕੀਤੀਆਂ ਜਾਂਦੀਆਂ ਨੇ। ਬੋਟੈਨੀਕਲ ਗਾਰਡਨਸ ਤੁਹਾਨੂੰ ਪਤਾ, ਠੀਕ ਹੈ, ਜਿਹਦੇ 'ਚ ਦੇਖੋ ਹਰਬੇਰੀਅਮ ਸ਼ੀਟਸ ਐਟ ਲੈਬੋਰਟਰੀ ਲੈਵਲ, ਬੋਟੈਨੀਕਲ ਗਾਰਡਨ ਇੱਥੇ ਓਰੀਜਨਲ ਜੋ ਸਪੀਸੀਜ਼ ਨੇ, ਠੀਕ ਹੈ, ਪਲਾਂਟਸ ਦੀਆਂ ਲਾਈਆਂ ਜਾਂਦੀਆਂ ਡਿਫਰੈਂਟ ਸਪੀਸੀਜ਼, ਉੱਥੇ ਵੀ ਮੈਂਸ਼ਨ ਕੀਤਾ ਜਾਂਦੇ ਆ ਉਹਨਾਂ ਦੇ ਸਾਇੰਟੀਫਿਕ ਨੇਮਸ। ਠੀਕ ਹੈ, ਉੱਥੋਂ ਉਹ ਹੈਲਪ ਯੂਜ਼ਫੁਲ ਆ ਜੇ ਆਪਾਂ ਕਿਸੇ ਪਲਾਂਟ ਨੂੰ ਆਈਡੈਂਟੀਫਾਈ ਕਰਨਾ। ਦੈਨ ਮਿਊਜ਼ੀਅਮਸ ਬਣੇ ਹੋਏ ਨੇ, ਠੀਕ ਹੈ, ਮਿਊਜ਼ੀਅਮ ਦੇ ਵਿੱਚ ਵੀ ਪਲਾਂਟਸ, ਐਨੀਮਲਸ ਨੂੰ ਸਟੋਰ ਕੀਤਾ ਜਾਂਦਾ ਡਿਫਰੈਂਟ ਕੈਮੀਕਲਸ ਦੇ ਵਿੱਚ। ਠੀਕ ਹੈ, ਮੇਨਲੀ ਫਾਰਮਲਿਨ ਯੂਜ਼ ਹੁੰਦਾ, ਫਾਰਮਿਕ ਐਸਿਡ, ਉਸ ਦੇ ਵਿੱਚ ਐਨੀਮਲ ਜੋ ਹੁੰਦਾ ਉਹਨੂੰ ਰੱਖਿਆ ਜਾਂਦਾ। ਠੀਕ ਹੈ, ਦੈਨ ਜ਼ੂਲੋਜੀਕਲ ਪਾਰਕਸ ਵੀ ਤੁਹਾਨੂੰ ਪਤਾ ਜਿੱਥੇ ਐਨੀਮਲਸ ਹੁੰਦੇ ਨੇ, ਉੱਥੇ ਆਪਾਂ ਡਿਫਰੈਂਟ ਸਪੀਸੀਜ਼ ਆ ਜਿਹੜੀਆਂ ਆਈਡੈਂਟੀਫਾਈ ਕਰ ਸਕਦੇ, ਸਟੱਡੀ ਕਰ ਸਕਦੇ ਹਾਂ। ਲਾਸਟ ਇੰਪੋਰਟੈਂਟ ਟੋਪਿਕ ਦੇਖੋ, ਇਹਦੇ ਨੋਟਸ ਮੈਂ ਤੁਹਾਨੂੰ ਪਹਿਲਾਂ ਵੀ ਸੈਂਡ ਕਰ, ਠੀਕ ਹੈ, ਅਤੇ ਜਨਰਲ ਰੀਡਿੰਗ ਨਾਲ ਤੁਹਾਨੂੰ ਕਲੀਅਰ ਹੋ ਜਾਊਗਾ, ਤੁਹਾਡੀ PSCB ਦੀ ਜੋ ਬੁੱਕ ਆ ਉਹਦੇ 'ਚ ਕਲੀਅਰ ਹੋ ਜਾਣੀ ਆ। ਹਾਂਜੀ, ਲਾਸਟ ਹੈ ਜੀ ਆਈਡੈਂਟੀਫਿਕੇਸ਼ਨ ਕੀਜ਼ ਕੀ ਹੁੰਦੀਆਂ ਨੇ, ਇਹ ਇੰਪੋਰਟੈਂਟ ਆ। ਠੀਕ ਹੈ, ਕੀ ਹੁੰਦੀ ਆ ਕਿ ਇਹ ਇੱਕ ਡਿਵਾਈਸ ਆ, ਕੰਪਿਊਟਰ ਏਡਡ ਡਿਵਾਈਸ, ਜਿਹੜਾ ਕਿ ਹੈਲਪ ਕਰਦਾ ਵਿਚ ਏਡਸ ਇਨ ਆਈਡੈਂਟੀਫਿਕੇਸ਼ਨ ਆਫ ਬਾਇਓਲੋਜੀਕਲ ਐਂਟੀਟੀਜ਼, ਫॉर एग्जांपल प्लांट्स, एनिमल्स, फॉसिल्स, डिफरेंट टाइप्स ऑफ, ठीक है, बायोलॉजिकल एंटिटीज। जो वैन वन क्वेश्चन इज आंसर्ड तो वो की आपां नूं डायरैक्ट करदी आ एज टू वट क्वेश्चन टू आस्क नैक्सट। ठीक है, नैक्सट क्वेश्चन वाल डायरैक्ट करदी आ। ठीक है, फॉर एग्जाम्पल ਤਾਂ ਮਤਲਬ ਕੀਜ਼ ਦੇ ਵਿੱਚ ਕੀ ਹੁੰਦਾ ਕਿ ਇੱਕ ਕੁਐਸਚਨ ਤੁਸੀਂ ਰਾਈਜ਼ ਕਰਦੇ ਹੋ, ਉਸ ਕੁਐਸਚਨ ਦਾ ਆਨਸਰ ਮਿਲਦਾ, ਫਿਰ ਤੁਹਾਡੇ ਕੋਲ ਫਿਰ ਦੋ ਆਪਸ਼ਨਸ ਆ ਜਾਂਦੀਆਂ ਨੇ, ਫਿਰ ਉਹਨਾਂ 'ਚੋਂ ਇੱਕ ਸਿਲੈਕਟ ਕਰਕੇ ਤੁਸੀਂ ਨੈਕਸਟ, ਇੱਦਾਂ ਕਰਦੇ ਤੁਹਾਡੇ ਕੋਲ ਕੋਈ ਇੰਡੀਵਿਜੂਅਲ ਕੋਈ ਸਪੀਸੀਜ਼ ਪ੍ਰੈਜੈਂਟ ਆ, ਤੁਸੀਂ ਉਹਨੂੰ ਆਇਡੈਂਟੀਫਾਈ ਨਹੀਂ ਕਰ ਪਾਉਂਦੇ, ਤਾਂ ਉਹਨਾਂ ਕੀਜ਼ ਦੀ ਹੈਲਪ ਨਾਲ ਤੁਸੀਂ ਉਹਦੇ ਨਾਲ ਸਿਮੀਲਰ ਕਰੈਕਟਰ ਜਾਂ ਐਗਜ਼ੈਕਟ ਉਹਦੇ 'ਤੇ ਹੀ ਪਹੁੰਚ ਜਾਓਗੇ ਕਿ ਜੋ ਸਪੀਸੀਜ਼ ਹੈ ਤੁਹਾਡੇ ਕੋਲ ਇਹ ਕਿਸ ਗਰੁੱਪ ਨੂੰ ਬਿਲੋਂਗ ਕਰਦੇ, ਕਿਸ ਟੈਕਜ਼ੋਨ ਨੂੰ, ਜਾਂ ਸਪੀਸੀਜ਼ ਕਿਹੜੀ ਸਪੀਸੀਜ਼ ਆ ਇਹ। ਠੀਕ ਹੈ, ਤਾਂ ਇੱਦਾਂ ਆਈਡੈਂਟੀਫਿਕੇਸ਼ਨ ਕੀਜ਼ ਹੈਲਪ ਕਰਦੀ ਹੈ। ਠੀਕ ਹੈ, ਫॉर एग्जांपल ਮੰਨ ਲਓ ਕੋਈ ਵੀ ਆਰਗੇਨਿਜ਼ਮ ਆ, ਵਰਟੀਬ੍ਰੇਟ ਆ, ਜੇ ਫਸਟ ਕੁਐਸਚਨ ਆ ਕਿ ਉਸ 'ਤੇ ਫਰ ਪ੍ਰੈਜੈਂਟ ਆ, ਜੇ ਫਰ ਪ੍ਰੈਜੈਂਟ ਆ ਦੈਟ ਇਜ਼ ਮੈਮਲ, ਜੇ ਨਹੀਂ ਫਰ ਪ੍ਰੈਜੈਂਟ ਤਾਂ ਨੈਕਸਟ 2 ਕੁਐਸਚਨਸ ਆ ਗਏ ਕਿ ਫੈਦਰਸ ਪ੍ਰੈਜੈਂਟ ਨੇ ਔਰ नो ਫੈਦਰਸ। ਠੀਕ ਹੈ, ਇਫ ਫੈਦਰਸ ਆਰ ਪ੍ਰੈਜੈਂਟ then that individual, that organism is a bird. if no feathers are present, फिर ਉਹਦੀ skin देखो dry skin और moist skin ਆ, dry skin reptilian। ठीक है, ਉਹਦੇ ਚਲਾ ਜਾਓ moist skin ਆ ਤਾਂ ਕੀ scales present और no scales ਤਾਂ amphibian ਆ ਉਹ। ਠੀਕ ਹੈ, if scales are present that is fish। ਤਾਂ ਇੱਦਾਂ ਆਪਾਂ ਇਹ ਇੱਕ ਜਨਰਲ ਐਗਜ਼ਾਮਪਲ ਆ। ਠੀਕ ਹੈ, ਉਹ ਕੰਪਿਊਟਰ ਏਡਡ ਡਿਵਾਈਸ ਆ, ਉੱਥੇ ਤੁਸੀਂ ਫਿਲ ਕਰਦੇ ਹੋ ਆਪਦੀਆਂ ਆਪਸ਼ਨਸ। ਠੀਕ ਹੈ, ਉਹਦੇ 'ਚ ਫਰਦਰ ਨੈਕਸਟ ਹੋਰ ਬਹੁਤ ਆਪਸ਼ਨਸ ਹੁੰਦੀਆਂ ਨੇ। ਜਨਰਲ ਐਗਜ਼ਾਮਪਲ ਆ, ਕਾਮਨ ਇੰਡੀਵਿਜੂਅਲ ਆ। ਠੀਕ ਹੈ, ਤੁਸੀਂ ਇਹੀ ਫਾਈਂਡ ਆਊਟ ਕਰਨਾ ਕਿ ਕਿਹੜੀ ਕਲਾਸ ਦੇ ਅੰਡਰ ਆਉਂਦਾ। ਵਰਟੀਬ੍ਰੇਟਾ ਦੇ ਅੰਡਰ ਮੈਮੇਲੀਅਨ ਵੀ ਹੈਗੇ ਨੇ, ਜਿਵੇਂ ਆਪਾਂ ਮੈਮਲ ਸਟੱਡੀ ਕੀਤੀ, ਆਪਾਂ ਹਿਊਮਨ ਬੀਇੰਗਸ। ਠੀਕ ਹੈ, ਬਰਡਸ ਨੇ, ਰੈਪਟਾਈਲਸ ਨੇ, ਫਿਸ਼ਿਜ਼ ਨੇ, ਐਮਫੀਬੀਅਨਸ ਨੇ। ਅਤੇ ਇੱਦਾਂ ਉਹ ਕੀਜ਼ ਆਪਾਂ ਨੂੰ ਕਰੈਕਟ ਆਨਸਰ ਵੱਲ ਲੈ ਕੇ ਜਾਂਦੀਆਂ ਨੇ ਕਿ ਉਹ ਜੋ ਸਪੀਸੀਜ਼ ਆ ਜਾਂ ਜੋ ਆਰਗੇਨਿਜ਼ਮ ਆ ਉਹਦਾ ਐਗਜ਼ੈਕਟ ਪੋਜੀਸ਼ਨ ਕੀ ਆ। ਠੀਕ ਹੈ, ਉਹਦੀ ਐਗਜ਼ੈਕਟ ਪੋਜੀਸ਼ਨ ਕੀ ਆ ਟੈਕਸੋਨਮੀ ਦੇ ਵਿੱਚ, ਕਿਹੜੀ ਕੈਟੇਗਰੀ ਨੂੰ, ਕਿਹੜੀ ਟਾਈਪ ਦੀ ਕੈਟੇਗਰੀ ਨੂੰ ਉਹ ਬਿਲੋਂਗ ਕਰ ਰਿਹਾ। ਠੀਕ ਹੈ, ਹਾਂਜੀ, ਇਹ ਸੀ ਬੇਟਾ ਆਪਣਾ ਪੂਰਾ ਟੋਪਿਕ। ਠੀਕ ਹੈ, ਜਿਹਦੇ 'ਚ ਆਪਾਂ ਫਸਟ ਚੈਪਟਰ ਦ ਲਿਵਿੰਗ ਵਰਲਡ ਉਹਦੀ ਜਨਰਲ ਡਿਸਕਸ਼ਨ ਕਰਨੀ ਸੀ। ਠੀਕ ਹੈ, ਇਹਦੇ
ਨੋਟਸ ਤੁਹਾਨੂੰ ਸੈਂਡ ਕੀਤੇ ਆ ਪਹਿਲਾਂ ਉਹਨਾਂ ਨੂੰ ਸਟੱਡੀ ਕਰ ਲੈਣਾ, ਠੀਕ ਹੈ। ਓਕੇ ਜੀ, ਓਕੇ ਬੇਟਾ, ਥੈਂਕ ਯੂ। ਹੁਣ ਆਪਾਂ ਨੈਕਸਟ ਚੈਪਟਰ ਇੱਦਾਂ ਹੀ ਸਟੱਡੀ ਕਰਾਂਗੇ, ਠੀਕ ਹੈ। ਟਿਲ ਦੈਨ ਬਾਏ।